ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ਾਇਦ ਪਹਿਲੇ ਵੀ ਫਸਟ ਕਲਾਸ ਦੇ ਵਿੱਚ ਇੱਕ ਗੱਲ ਕਹੀ ਸੀ। ਮੈਨੂੰ ਹੁਣ ਟੀ ਟਾਈਮ ਵੇਲੇ ਵੀ ਇੱਕ ਵੀਰ ਜੀ ਬੈਠੇ ਮੇਰੇ ਕੋਲ ਗੱਲ ਕਰ ਰਹੇ ਸਨ ਕਿ ਜਦੋਂ ਅਸੀਂ ਇੱਥੋਂ ਕੋਈ ਵੀ ਕਿਸੇ ਵੀ ਵਿਸ਼ੇ 'ਤੇ ਕੋਈ ਲੈਕਚਰ ਹੁੰਦਾ ਤਾਂ ਤੁਹਾਡੇ ਵਿੱਚੋਂ ਬੜਿਆਂ ਵਿੱਚ ਸ਼ਾਇਦ ਕਈ ਪ੍ਰਸ਼ਨ ਕਈ ਕੁਐਸਚਨ ਪੁੱਛਣ 'ਤੇ ਦਿਲ ਚਾਹੁੰਦਾ ਹੋਣਾ, ਲੇਕਿਨ ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ ਕਿ ਕੋਈ ਵਿਸ਼ੇ ਸੰਬੰਧੀ, ਗੁਰੂ ਗ੍ਰੰਥ ਸਾਹਿਬ ਸੰਬੰਧੀ, ਗੁਰਬਾਣੀ ਸੰਬੰਧੀ ਕੋਈ ਪ੍ਰਸ਼ਨ ਹੈ ਤੇ ਬਾਹਰ ਅਸੀਂ ਇੱਕ ਸੁਜੈਸ਼ਨ ਬਾਕਸ ਇੱਕ ਲਗਾਇਆ, ਉਹਦੇ ਵਿੱਚ ਤੁਸੀਂ ਪਲੀਜ਼ ਸਾਨੂੰ ਰਿਟਨ ਪ੍ਰਸ਼ਨ ਪੁੱਛ ਲਓ, ਕਿਉਂਕਿ ਸਾਡਾ ਜਿਹੜਾ ਪਿਛਲਾ ਤਜਰਬਾ ਹੈ ਥੋੜਾ ਜਿਹਾ ਬਹੁਤਾ ਚੰਗਾ ਨਹੀਂ ਹੈ। ਕੁਛ ਐਸੇ ਸਵਾਲ ਇੱਥੋਂ ਪੁੱਛੇ ਗਏ ਸਾਡੇ ਤੋਂ ਜਿਨ੍ਹਾਂ ਸਵਾਲਾਂ ਦਾ ਉੱਤੋਂ ਤੱਕ ਜਿਹੜੀ ਹਾਇਰ ਅਥਾਰਟੀ ਸਾਡੀ ਸਿੱਖ ਪੰਥ ਦੀ, ਅਕਾਲ ਤਖਤ ਜਾਂ ਹੋਰ ਵੱਡੇ ਸਾਡੇ ਧਾਰਮਿਕ ਨੇਤਾ ਜਿਹੜੇ ਨੇ, ਉਹ ਵੀ ਉਸ ਦਾ ਹੱਲ ਨਹੀਂ ਲੱਭ ਸਕੇ। ਤਾਂ ਮੈਂ ਸਮਝਦਾ ਕਿ ਜਦੋਂ ਅਸੀਂ ਇਹ ਕੋਰਸ ਸ਼ੁਰੂ ਕੀਤਾ ਤੇ ਸਾਡਾ ਇੱਕੋ ਹੀ ਸਾਡੀ ਥਰਸਟ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਇੱਥੇ ਕੋਈ ਹੋਰ ਟੌਪਿਕ, ਇਵਨ ਮੈਂ ਸਿੱਖ ਇਤਿਹਾਸ ਵੀ ਕੋਸ਼ਿਸ਼ ਕਰਦਾ ਕਿ ਸਿਰਫ ਪਹਿਲੇ ਅਸੀਂ ਗੁਰੂ ਗ੍ਰੰਥ ਸਾਹਿਬ ਸਮਝ ਲਈਏ, ਫਿਰ ਬਾਅਦ ਵਿੱਚ ਸਿੱਖ ਇਤਿਹਾਸ ਵੀ ਦੇਖਾਂਗੇ ਔਰ ਦਸਮ ਗ੍ਰੰਥ ਦੀ ਵੀ ਗੱਲ ਦੇਖ ਲਾਂਗੇ। ਪਰ ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਹੀ ਨਹੀਂ ਸਮਝਦੇ, ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਤੇ ਹੋਰ ਫਿਰ ਪਹੁੰਚ ਪਾਵਾਂਗੇ। ਤਾਂ ਮੇਰੀ ਬੇਨਤੀ ਹੈ ਕਿ ਕੋਈ ਪ੍ਰਸ਼ਨ ਹੋਣ ਮੋਸਟ ਵੈਲਕਮ ਹੈ, ਪਰ ਉਹ ਬਾਹਰ ਇੱਕ ਬਕਸਾ ਪਿਆ, ਉਹਦੇ ਤੁਸੀਂ ਸਾਨੂੰ ਪੁੱਛ ਸਕਦੇ ਹੋ। ਦੂਸਰੀ ਗੱਲ, ਇੱਕ ਮੈਨੂੰ ਹੋਰ ਮੇਰੇ ਵੱਡੇ ਵੀਰ ਜੀ ਮਿਲੇ, ਉਹ ਕਹਿਣ ਲੱਗੇ ਕਿ ਜੀ ਤੁਸੀਂ ਇਹ ਜਿਹੜਾ ਵਿਆਖਿਆ ਵਾਲਾ ਪ੍ਰਣਾਲੀਆਂ ਵਾਲੀ ਗੱਲ ਕੀਤੀ ਹੈ, ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਅੱਜ ਦੀ ਦੁਨੀਆ ਵਿੱਚ ਅਗਰ ਅਸੀਂ ਆਪਣੇ ਨਾਲ ਦੂਸਰਿਆਂ ਨੂੰ ਜੋੜਨਾ ਤਾਂ ਫਿਰ ਜਿਹੜੀ ਆਪਣੀ ਖੁਸ਼ਬੂ ਹੈ ਗੁਰੂ ਗ੍ਰੰਥ ਸਾਹਿਬ ਜਾਂ ਆਪਣਾ ਜਿਹੜਾ ਰਿਲੀਜਨ ਦੀ ਜਿਹੜੀ ਗੱਲ ਹੈ ਉਹ ਅਸੀਂ ਦੂਸਰੀਆਂ ਕੌਮਾਂ ਤੱਕ ਪਹੁੰਚਾਈਏ। ਮੈਂ ਵਾਰ-ਵਾਰ ਕਹਿਣਾ ਕਿ ਮੈਂ ਤੁਹਾਡੇ ਸਾਹਮਣੇ ਖੜਾ, ਮੈਂ ਸਿੱਖ ਹਾਂ ਬਾਈ ਚਾਂਸ, ਕਿ ਸਿੱਖ ਪਰਿਵਾਰ ਦੇ ਵਿੱਚ ਜਨਮ ਲਿਆ। ਕੋਸ਼ਿਸ਼ ਕਰੀਏ ਅਸੀਂ ਸਿੱਖ ਬਾਈ ਚੋਇਸ ਬਣੀਏ, ਔਰ ਸਿੱਖ ਬਾਈ ਚੋਇਸ ਤਾਂ ਹੀ ਬਣਾਂਗੇ ਜੇ ਅਸੀਂ ਆਪਣੀ ਜਿਹੜਾ ਸਾਡਾ ਇੰਨਾ ਵੱਡਾ ਖਜ਼ਾਨਾ ਹੈ ਇਸ ਨੂੰ ਸਮਝ ਸਕੀਏ। ਹੁਣ ਦੂਸਰਾ ਵਿਸ਼ਾ ਜਿਹੜਾ ਸਾਡਾ ਹੈ ਉਹ ਹੈ ਗੁਰਬਾਣੀ ਅਨੁਸਾਰ ਜੀਵਤ ਮਰੋ, ਮਰੋ ਫੁਨ ਜੀਵੋ, ਦਾ ਕੰਸੈਪਟ ਆਫ ਡਾਈਂਗ ਇਨ ਬਲਿਸ। ਇਨ ਗੁਰਬਾਣੀ ਬਲਿਸ ਆਨੰਦ ਹੁੰਦਾ ਹੈ, ਵਿਸਮਾਦ। ਤਾਂ ਇਹ ਜਿਹੜਾ ਕੰਸੈਪਟ ਗੁਰੂ ਨੇ ਸਾਨੂੰ ਦਿੱਤਾ ਹੈ ਨਾ, ਜੇ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਦਰ ਤਲੀ ਗਲੀ ਮੁਰੀ ਆਓ, ਵੀ ਕਿ ਜੀਵਨ ਮੁਕਤ ਦੀ ਗੱਲ ਜਿਹੜੀ ਗੁਰੂ ਨਾਨਕ ਨੇ ਗੁਰਮਤ ਦੇ ਵਿੱਚ ਜਾਂ ਅਸੀਂ ਆਮ ਦੇਖਦੇ ਹਾਂ ਕਿ ਮਰਨ ਤੋਂ ਬਾਅਦ ਜੀ ਨਰਕ ਹੈ, ਸਵਰਗ ਹੈ, ਮੁਕਤੀ ਹੈ, ਮੋਕਸ਼ ਜਿਹੜਾ ਹੈ ਉਹ ਸਾਲਵੇਸ਼ਨ ਮਰਨ ਤੋਂ ਬਾਅਦ ਮਿਲਣਾ ਹੈ। ਲੇਕਿਨ ਗੁਰਮਤ ਦੇ ਵਿੱਚ ਇੱਕ ਬੜਾ ਹੀ ਖੂਬਸੂਰਤ ਜਿਹੜਾ ਇੱਕ ਕਨਸੈਪਟ ਦਿੱਤਾ ਹੈ ਕਿ ਜੀਵਨ ਮੁਕਤੀ ਵਾਲਾ, ਕਿ ਜਿਸ ਬੰਦੇ ਨੇ ਜੀਵਨ ਮੁਕਤੀ ਦੀ ਗੱਲ ਸਮਝ ਲਈ, ਜਿਸ ਬੰਦੇ ਨੇ ਆਪਣੀ ਮੌਤ ਨੂੰ ਜਿਹੜੀ ਹੈ ਉਸ ਨੂੰ ਹੀ ਸਮਝ ਲਿਆ, ਉਹ ਕਹਿੰਦਾ ਨਾ ਕਿ ਇੱਕ ਦਿਨ ਸਵੇਰੇ ਤੁਸੀਂ ਸੋਚੋ ਕਿ ਤੁਹਾਡਾ ਇਹ ਅੱਜ ਦਿਨ ਇਸ ਦੁਨੀਆ 'ਚ ਲਾਸਟ ਦਿਨ ਹੈ, ਕੱਲ ਤੁਸੀਂ ਨਹੀਂ ਹੋਵੋਗੇ, ਔਰ ਉਸ ਦਿਨ ਫਿਰ ਤੁਸੀਂ ਦੇਖੋ ਕਿ ਪੂਰਾ ਸਵੇਰ ਤੋਂ ਸ਼ਾਮ ਤੱਕ ਤੁਹਾਡੇ ਮੂੰਹ 'ਚ ਕੋਈ ਕਬੂਲ ਨਹੀਂ ਹੋਏਗਾ। ਜੋ ਧਰਮ ਕਰਮ, ਜੋ ਚੰਗਾ ਕੰਮ ਤੁਸੀਂ ਉਸ ਦਿਨ ਕਰੋਗੇ, ਜਾਂ ਮੈਂ ਛੋਟੀ ਜਿਹੀ ਗੱਲ ਹੋਰ ਕਹਿ ਲੈਣਾ ਕਿ ਕਿਸੇ ਦਾ ਜਦੋਂ ਕੋਈ ਸਾਡਾ ਮਿੱਤਰ, ਕੋਈ ਪਿਆਰਾ, ਕੋਈ ਆਪਣਾ ਜਦੋਂ ਕੋਈ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਔਰ ਅਸੀਂ ਸ਼ਮਸ਼ਾਨ ਵਿੱਚ ਉਸਨੂੰ ਵਿਦਾ ਕਰਕੇ ਵਾਪਸ ਖਾਲੀ ਹੱਥ ਆ ਰਹੇ ਹੁੰਦੇ ਹਾਂ, ਤੇ ਉਦੋਂ ਲੱਗਦਾ ਹੈ ਕਿ ਇਹ ਸਭ ਕੁਛ, ਇਹ ਪੈਸਾ, ਇਹ ਸਾਰਾ ਕੁਛ, ਇਹ ਸਭ ਜੋ ਹੈ ਇਹ ਬੇਕਾਰ ਹੈ, ਇਹਦਾ ਕੋਈ ਮਾਇਨਾ ਨਹੀਂ ਹੈ। ਉਦੋਂ ਸਾਡੇ ਕੋਲ ਖਿਆਲ ਆਉਂਦਾ, ਲੇਕਿਨ ਜਿਵੇਂ ਹੀ ਥੋੜਾ ਜਿਹਾ ਬਾਹਰ ਆਉਂਦੇ ਹਾਂ ਸਭ ਕੁਛ। ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੰਦੇ ਜੀ ਅਗਰ ਤੂੰ ਮਰਨ ਦੀ ਗੱਲ ਕਬੂਲ ਕਰ ਲਵੇਂ ਤੇ ਮੈਂ ਸਮਝਦਾ ਕਿ ਇਹ ਸਾਰਾ ਸਮਾਜ, ਇਹ ਸਾਰਾ ਕੁਛ ਜੋ ਹੈ ਇੱਕ ਆਈਡੀਅਲ ਹੋ ਜਾਏਗਾ। ਇਸ ਉੱਤੇ ਅਸੀਂ ਡਾਕਟਰ ਗੁਰਸ਼ਰਨਜੀਤ ਸਿੰਘ ਜੀ ਹੁਣ ਆਪਣਾ ਅਗਲਾ ਲੈਕਚਰ ਦੇਣਗੇ। ਕੱਲ ਸਾਡੇ ਜਿਹੜੇ ਦੋ ਸਬਜੈਕਟ ਨੇ ਉਹ ਹੈ, ਇੱਕ ਤਾਂ ਮਨ, ਇਸ ਮਨ ਕੋ ਕੋਈ ਖੋਜੇ ਭਾਈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਨ ਦਾ ਕੀ ਸੰਕਲਪ ਹੈ, ਔਰ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ
कि मॉडर्न मैनेजमेंट प्रिंसिपल्स इन गुरु ग्रंथ साहब बड़ा अहम है। तो ये दोनों सब्जैक्ट कल बड़े फिलोसफिकल ने। हुण मैं डॉक्टर साहब नूं कहांगा कि एक बारी फिर फतेह बुलाइए जी। वाहिगुरू जी का खालसा, वाहिगुरू जी की फतेह। गुरु ग्रंथ साहब जी के 777 पन्ने के उत्ते मारू राग दे विच कबीर साहब दीयां पावन पंक्तियां हन। जीवत मरो, मरो फुन जीवो, पुनरप जन्म ना होई। कहो कबीर जो नाम समाने, सुन रहा लिव सोई। जीवत मरना एक गुरमत मार्ग की अजब खेड है। जीवन अते मौत दोवें रहस ने। विशेष करके मौत साडे सारियां वास्ते एक वड्डा रहस बनी हुई है, क्योंकि असी समझते हैं कि असी मौत नूं वेख्या नहीं, इस करके पता नहीं ये मौत की चीज़ हुंदी है। गुरबाणी दे विच बचन है, साडी विथया बयान कीती है साडे सारियां दी, क्योंकि असी सारे ही अपनी मौत नूं लैके चिंतित रहने हैं। क्या जाना कि वह मरेंगे, कैसा मरना होए। पता नहीं साडी मौत किद्दां होनी है, पता नहीं किन्ने क दुख सह के मरना, किन्ना क सहक सहक के मरना। मैं बड़ी बारी लोगों को ये कहंदियां सुनिया कि मरना तो है ही है, रब्बा एकदम ही चुक ली जो चुकना है। पर अंदर खदशा है कि पता नहीं वो अंतिम समा किस तरह का होना है। उन्होंने लैके असी बड़े चिंतित हाँ, वरिड हाँ। पर इसका मतलब ये नहीं है कि असी जीवन नूं सारे नूं सचमुच ही जान लिया, मौत नूं तां नहीं वेख्या। पर साडी ट्रैजेडी ये है कि असी जीवन नूं भी इस जिंदगी दे विच समझ नहीं सके, और इसे करके जीवन भी साडे विचों बहुतियां लई, बहु गिणती जिहड़ी है उन्हां लई एक रहस ही बनिया रहिंदा कि ये जीवन की है। केवल साह लेना जीवन नहीं है। जे गुरबाणी की दृष्टि तो गल करिए तो साह लैण वाला प्राणी जिहड़ा है उन्होंने असी जीवन वाला नहीं कह सकते। जे असी मैडिकल पॉइंट ऑफ व्यू तो वेखीए तो तुहानूं पता होएगा कि डैथ की डेफिनेशन मैडिकल दीयां किताबां च की दित्ती है। तुसीं कई बारी वेख्या होना, बंदे का एक्सीडेंट हुंदा है, बंदे की नबज चल रही है, हार्ट पंप कर रहा है, पर डॉक्टर कहते इसकी डैथ हो गई है। क्यों बई? दिल धड़क रहा, बंदा साह भी लै रहा, कहते इसकी ब्रेन डैथ हो गई है। इसका ब्रेन जिहड़ा ना अंदरों एक्सीडेंट करके अंदरों बिखर गया। डॉक्टर उदों ही डैथ मानते हैं जदों ब्रेन की डैथ हो जाए। वो भावें थोड़ा बहुता पंप करता रहे हार्ट, तो डेफिनेशन यह है कि साह लेना जीवन नहीं है। और गुरबाणी भी ये कहती है कि साह लेना केवल जीवन नहीं है। फिर सवाल पैदा होता है, कौन जिंदा है? हुण असीं अपने सारे झाती मारीए अपने अपने मन च कि असीं किन्ना कु जिंदा हाँ और किन्ने कु मुरदे हाँ। गुरु नानक साहब फरमाउंदे ने, सो जीविया जिस मन वसिया सोए। जिहदे हिरदे दे विच वाहिगुरू प्रभु वसदा, असल च उही जिउंदा।
अगलियां पंक्तियां बड़ियां कमाल दियां ने। सो जीव्या जिस मन वस्या सोए, नानक अवर ना जीवै कोए, जे जीवै पत लथी जाए, सब हराम जेता किछ खाए। यह जड़ा पत शब्द है ना, ये अंडरलाइन करने वाला है। सच्चे मार्ग चलदियां उस्तत करे जहान, यह है पत। यह है आदर पूर्वक जीना कि चंगे भले दे दुनिया दे विच मैं काम करां ते दुनिया दे विच मेरी सच्ची वाह वाह होवे। एक हुंदी है झूठी, जिहदी अगे जाके गल करांगे। उस्तत निंदा दो त्यागे। गुरु साहब ने वो जिहड़ी झूठी उस्तत है ना खुशामद वाली, ਉਹਦਾ त्याग करने ਲਈ ਕਿਹਾ। पर ਜਿਹੜੇ ਸੁਭਾਵਕ रूप ਦੇ ਵਿੱਚ ਚੰਗੇ ਕੰਮ करके ਸਰਬੱਤ ਦੇ ਭਲੇ ਦੇ ਕੰਮ करके वाह वाह मिलती है, गुरु साहब ने ਉਹਨੂੰ शाबाश ਦਿੱਤੀ है। सच्चे मार्ग चलदियां उस्तत करे जहान। गुरबाणी सिद्धांत स्पष्ट है कि ਜਿਹੜਾ व्यक्ति हौमे ਅਤੇ स्वार्थ ਲਈ ਜਿਉਂਦਾ है, अपने स्वै ਲਈ ਜਿਉਂਦਾ है, वो गुरमत अनुसार नहीं जी रहा। मैं अगे दसदा हुन्ना कि अजकल कालजां दे विच NSS ਦੇ यूनिट ਹੁੰਦੇ ਆ ਤੇ ਉਹਨਾਂ ਦਾ ਸਲੋਗਨ ਹੁੰਦਾ ਨਾਟ ਮੀ ਬਟ ਯੂ। ना सानू जिउना आया ते ना सानू मरना ही आया जी। गुरबाणी का फैसला। अमिताभ बच्चन का पता नहीं किहड़ी फिल्म दे विच डायलॉग सी एक, वो गाना सुनाउंदा कि वो जंगल दे विचों गुजर रहे सी, हाँ जी, तो उत्थे अखीर शेर खा गया, बच्चों नूं कहानी सुनाउंदा। वो कहंदा फिर शेर खा गया, बच्चे कहंदा तू तो जिउना है। वो कहंदा ये जीना भी कोई जीना है लल्लू। हुण असीं बहुते लल्लू ही हाँ जिहड़े जी रहे हैं ना। गुरु जीना ते मरना दोनों सिखाउंदा जी। गुरु केवल जीवना नहीं दसदा, वो मरना भी सिखाउंदा। और गुरमत फिलासफी ये कहती है जीवन ते मौत एक दूजे दे विरोधी नहीं, सगों एक दूजे दे पूरक ने, सप्लीमेंट ने। अते साडे शरीर विच ये जन्म ते मरण दियां दोवें क्रियावां जदों तक साडा जीवन है, बायोलॉजिकल जीवन, उदों तक ये दोनों क्रियावां निरंतर जारी रहिंदियां। तुहानूं पता ना सारिआं नूं कि मैडिकल साइंस वाले जन्म ते मरण की एक होर डेफिनेशन दिंदे आ। जदों तक साडे शरीर दे विच सैल बनदे ने ते मरदे ने, उदों तक जीवन है। जिदन साडी बॉडी दे अंदर सैल बननों बंद हो गए ते नवें बनने भी बंद हो गए, उस दिन डेथ, काम खत्म। हर पल असी जमदे हाँ ते हर पल इस दृष्टि तो, साइंस की दृष्टि तो मैं गल कर रहा, असी हर पल मरदे हाँ ते हर पल जन्म लेंदे। और गुरु नानक साहब ने भी किते इस तरह का इशारा किया कि साहिब मेरा नीत नवा। हर वेले उहदी नवी क्रिएशन है, करता पुरख की। गुरु सानू सुचेत करके जीना अते मरना सिखाउंदा है। सुचेत शब्द नूं अंडरलाइन करना, क्योंकि असी जी रहे हैं सुचेत होके नहीं जी रहे। असी बस एक दुर्घटना वांगू जी रहे हैं। जिवें कोई दुर्घटना वापरदी है तो असी सोचते समझते नहीं, साडा उस वेले दिमाग नहीं चलता। उस तरीके नाल साडे विचों बहुते लोग जिंदगी भी एक दुर्घटना वांगू जी रहे। जीवत मरना, ये दो तरह के अर्थ ने। जीवत मरना एक वो अर्थ है जिहदे बारे जोगी
ਜਾਂ ਤਾਂਤਰਿਕ ਮਤਾਂ ਵਾਲੇ ਜਾਂ ਕੁਝ ਹੋਰ ਅਭਿਆਸੀ ਗੱਲ ਕਰਦੇ ਨੇ ਕਿ ਜੀਵਤ ਮਰਨਾ ਇੱਕ ਸਾਧਨਾ ਹੈ। ਉਹ ਸਾਧਨਾ ਕੀ ਹੈ? ਉਹਨਾਂ ਦੇ ਮੁਤਾਬਕ ਉਹ ਕਹਿੰਦੇ ਜਦੋਂ ਜੀਵ ਪੈਦਾ ਹੁੰਦਾ ਤਾਂ ਜਿਹੜੀ ਪ੍ਰਾਣ ਸ਼ਕਤੀ ਹੈ, ਪ੍ਰਾਣ ਸ਼ਕਤੀ, ਉਹਦੀ ਐਂਟਰੀ ਅੱਖਾਂ ਦੇ ਰਾਹੀਂ ਹੁੰਦੀ ਹੈ। ਅੱਖਾਂ ਤੋਂ ਬਾਹਾਂ 'ਚ, ਹੱਥਾਂ 'ਚ, ਧੁੰਨੀ ਤੋਂ ਹੋ ਕੇ ਲੱਤਾਂ ਵਿੱਚ, ਪੈਰਾਂ ਤੱਕ ਉਹ ਪ੍ਰਾਣ ਸ਼ਕਤੀ ਜਿਹੜੀ ਹੈ ਸਾਡੀ ਬਾਡੀ ਦੇ ਵਿੱਚ ਖਿਲਰ ਜਾਂਦੀ ਹੈ ਔਰ ਸਾਨੂੰ ਜੀਵਨ ਮਿਲਦਾ ਹੈ। ਜੋਗੀਆਂ ਨੇ ਖੋਜ ਕਰਕੇ ਰਿਵਰਸ ਮੈਥਡ ਅਪਣਾਇਆ। ਰਿਵਰਸ ਮੈਥਡ ਕੀ ਹੈ? ਉਹ ਕਹਿੰਦੇ ਜਦੋਂ ਪ੍ਰਾਣ ਨਿਕਲਦੇ ਆ ਨਾ ਬੰਦੇ ਦੇ, ਮਰਦਾ ਜਦੋਂ ਬੰਦਾ, ਤਾਂ ਸਭ ਤੋਂ ਪਹਿਲਾਂ ਪ੍ਰਾਣ ਸ਼ਕਤੀ ਪੈਰਾਂ ਚੋਂ ਨਿਕਲਦੀ ਹੈ, ਲੱਤਾਂ ਚੋਂ ਨਿਕਲਦੀ ਹੈ, ਧੁੰਨੀ ਦੀ ਰਾਹੀਂ ਹੱਥਾਂ ਚੋਂ ਤੇ ਬਾਹਾਂ ਚੋਂ ਨਿਕਲਦੀ ਆ ਔਰ ਲਾਸਟ ਵਿੱਚ ਅੱਖਾਂ ਦੇ ਵਿੱਚੋਂ ਬਾਹਰ ਹੋ ਜਾਂਦੀ। ਜਿੱਦਾਂ ਆਈ ਸੀ ਉਹੋ ਹੀ ਰਸਤਾ। ਔਰ ਜੋਗੀ ਕਹਿੰਦੇ ਨੇ ਕਿ ਉਹ ਪ੍ਰਾਣ ਸ਼ਕਤੀ ਨੂੰ ਸੰਕੁਚਿਤ ਕਰਕੇ ਇਹ ਸਾਡੀਆਂ ਦੋ ਅੱਖਾਂ ਦੇ ਵਿਚਕਾਰ ਇੱਕ ਸਥਾਨ ਹੈ ਜਿਹਨੂੰ ਕਈਆਂ ਨੇ ਸ਼ਿਵ ਨੇਤਰ ਕਿਹਾ, ਕਈਆਂ ਨੇ ਦਸਮ ਦੁਆਰ ਕਿਹਾ, ਕਈਆਂ ਨੇ ਇਹਨੂੰ ਤਿਲ ਕਿਹਾ। ਤਿਲ, ਕਈ ਪੁਸਤਕਾਂ ਦੇ ਵਿੱਚ, ਗ੍ਰੰਥਾਂ 'ਚ ਤਿਲ ਲਿਖਿਆ। ਉਹ ਸਾਰੀ ਸ਼ਕਤੀ, ਪ੍ਰਾਣ ਸ਼ਕਤੀ ਜਿਹੜੀ ਹੈ, ਸੰਕੁਚਿਤ ਕਰਕੇ ਸਾਧਕ ਉਸ ਤਿਲ ਦੇ ਪਿੱਛੇ ਉਹਨੂੰ ਇਕੱਠਿਆਂ ਕਰ ਲੈਂਦਾ, ਥੱਲੋਂ ਡੈਡ ਹੋ ਜਾਂਦਾ। ਬਹੁਤ ਸਾਰੀਆਂ ਸ਼ਾਇਦ ਤੁਸੀਂ ਇਹੋ ਜਿਹੀਆਂ ਗੱਲਾਂ ਸੁਣੀਆਂ ਹੋਣ, ਜਦੋਂ ਸਮਾਧੀ ਦੇ ਵਿੱਚ ਸੀ ਉਹਨੂੰ ਚੁੰਡੀ ਵੱਢੀ ਗਈ, ਉਹਨੂੰ ਆਹ ਕੀਤਾ ਗਿਆ, ਉਹਦੇ ਤੇ ਅਸਰ ਨਹੀਂ ਹੋਇਆ। ਉਹ ਕਿਹਾ ਜਾਂਦਾ ਕਿ ਸਾਧਕ ਨੇ ਉਸ ਵੇਲੇ ਆਪਣੀ ਪ੍ਰਾਣ ਸ਼ਕਤੀ ਜਿਹੜੀ ਹੈ ਉਹ ਤਿਲ ਤੇ ਕੰਸਨਟਰੇਟ ਕਰ ਲਈ। ਔਰ ਜਦੋਂ ਤੱਕ ਉਹ ਉੱਥੇ ਆਪਣੀ ਪ੍ਰਾਣ ਸ਼ਕਤੀ ਰੱਖਦਾ ਹੈ, ਉਹਨਾਂ ਦੇ ਮੁਤਾਬਕ ਉਹ ਬੜੀ ਆਨੰਦ ਦੀ ਅਵਸਥਾ 'ਚ ਰਹਿੰਦਾ ਤੇ ਉਹਦੀ ਮਰਜ਼ੀ ਹੈ ਉਹਨੇ ਕਦੋਂ ਤੱਕ ਇੰਜੋਏ ਕਰਨਾ ਉੱਥੇ ਰਹਿ ਕੇ। ਫਿਰ ਜਦੋਂ ਉਹਦੀ ਮਰਜ਼ੀ ਹੁੰਦੀ ਆ, ਉੱਥੋਂ ਉਹ ਆਪਣੀ ਪ੍ਰਾਣ ਸ਼ਕਤੀ ਨੂੰ ਫਿਰ ਰਿਲੀਜ਼ ਕਰ ਦਿੰਦਾ ਤੇ ਉਹ ਫਿਰ ਸਾਰੀ ਬਾਡੀ ਦੇ ਵਿੱਚ ਪ੍ਰਾਣ ਸ਼ਕਤੀ ਆ ਜਾਂਦੀ ਹੈ। ਔਰ ਇਹ ਵੀ ਕਹਿੰਦੇ ਨੇ ਕਿ ਜਿਹੜੇ ਜੋਗੀ ਹੁੰਦੇ ਨੇ ਉਹਨਾਂ ਦੀ ਮਰਜ਼ੀ ਹੁੰਦੀ ਹੈ, ਜਦੋਂ ਮਰਜ਼ੀ ਉਹ ਆਪਣਾ ਦੇਹ ਤਿਆਗ ਦੇਣ, ਕਿਉਂਕਿ ਇੱਥੋਂ ਤੱਕ ਤੇ ਆਏ ਹੁੰਦੇ ਆ। ਜੇ ਉਹਨਾਂ ਦਾ ਦਿਲ ਕਰੇ ਤਾਂ ਮਰਜ਼ੀ ਉਹਨਾਂ ਦੀ ਨਿਕਲ ਜਾਣ ਬਾਹਰ। ਇਸ ਤਰ੍ਹਾਂ ਦੀਆਂ ਵੀ ਤੁਸੀਂ ਗੱਲਾਂ ਸੁਣੀਆਂ ਹੋਣਗੀਆਂ। ਪਰੰਤੂ ਗੁਰਮਤ ਦੇ ਵਿੱਚ ਜੀਵਨ ਮੁਕਤੀ ਇਸ ਸਾਧਨਾ ਨੂੰ ਨਹੀਂ ਮੰਨਿਆ ਗਿਆ। ਟਰਮਨਾਲੋਜੀ ਵਰਤੀ ਗਈ ਹੈ, ਨੋ ਡਾਊਟ, ਪਰ ਗੁਰੂ ਸਾਹਿਬ ਨੇ ਜੀਵਤ ਮਰਨਾ ਜਿਹੜਾ ਸਿਖਾਇਆ ਸਾਨੂੰ, ਉਹ ਬੜਾ ਪ੍ਰੈਕਟੀਕੇਬਲ ਆ। ਮੰਨ ਲਓ ਮੈਂ ਤਿਲ ਦੇ ਪਿੱਛੇ ਪ੍ਰਾਣ ਸ਼ਕਤੀ ਇਕਾਗਰ ਕਰ ਵੀ ਲਵਾਂ, ਇੰਜੋਏ ਕਰ ਵੀ ਲਵਾਂ ਮੈਂ ਇਕੱਲਾ, ਸੁਸਾਇਟੀ ਨੂੰ ਕੀ ਫਾਇਦਾ? ਮਹਿੰਗਾਈ ਘਟ ਜਾਏਗੀ। ਉਹਨਾਂ ਸਾਧੂਆਂ ਕੋਲੋਂ ਪੁੱਛਣਾ ਚਾਹੀਦਾ ਹੈ, ਮਹਿੰਗਾਈ ਘਟ ਜਾਏਗੀ, ਸੈਂਸੈਕਸ ਵੱਧ ਜਾਏਗਾ ਤੁਹਾਡੇ ਤਿਲ ਦੀ ਪਿੱਛੇ ਪ੍ਰਾਣ ਸ਼ਕਤੀ ਇਕਾਗਰ ਕਰਕੇ? ਕੀ ਹੋਏਗਾ? ਕੁਝ ਨਹੀਂ ਫਰਕ ਪੈਂਦਾ। ਤੁਸੀਂ ਸੈਲਫ ਹਿਪਨੋਟਾਈਜ਼ ਕਰ ਲੈਂਦੇ ਹੋ। ਜੇ ਮੇਰੇ ਕੋਲ ਮੈਂ ਇਹਦੀ ਵਿਆਖਿਆ ਕਰਾਂ ਤਾਂ ਉਸ ਵੇਲੇ ਕੀ ਹੁੰਦਾ, ਯੋਗੀ ਆਪਣੇ ਆਪ ਨੂੰ ਸੈਲਫ ਹਿਪਨੋਟਾਈਜ਼ ਕਰ ਲੈਂਦਾ। ਸੈਲਫ ਹਿਪਨੋਟਾਈਜ਼ ਕਰਕੇ ਆਨੰਦ ਦੀ ਹਾਲਤ ਵਿੱਚ, ਉਹ ਜਿਵੇਂ ਨਸ਼ਾ ਕਰਨ ਵਾਲੇ ਲੋਕ ਥੋੜ੍ਹੀ ਦੇਰ ਵਾਸਤੇ ਆਨੰਦ 'ਚ ਰਹਿੰਦੇ ਨੇ, ਇੱਕ ਇਹ ਟੈਂਪਰੇਰੀ ਸਟੇਜ ਹੈ। ਇਹਦੇ 'ਚੋਂ ਅਖੀਰ ਨਾ ਵਿਅਕਤੀ ਨੂੰ ਨਾ ਸਮਾਜ ਨੂੰ ਇਹਦੇ ਵਿੱਚੋਂ ਕੋਈ ਫਾਇਦਾ। ਪਰੰਤੂ ਗੁਰੂ ਸਾਹਿਬ ਨੇ ਜਿਹੜਾ ਜੀਵਤ ਮਰਨ ਦੀ ਗੱਲ ਕੀਤੀ ਹੈ, ਉਹ ਸਮਾਜ ਦੇ ਔਰ ਵਿਅਕਤੀ ਦੇ ਆਪਣੇ ਬੜੇ ਹੀ ਹਿੱਤ ਦੀ ਗੱਲ ਹੈ। ਗੁਰੂ ਅੰਗਦ ਸਾਹਿਬ ਦਾ ਇੱਕ ਸ਼ਲੋਕ ਹੈ, ਤੁਹਾਨੂੰ ਛੇਤੀ ਸਮਝ ਆ ਜਾਏ ਅਸੀਂ ਕਿੱਥੇ ਪਹੁੰਚਣਾ। ਮਹਲਾ ਦੂਜਾ ਦਾ ਸ਼ਲੋਕ ਬੜਾ ਹੀ ਇੰਪੋਰਟੈਂਟ, ਬੜਾ ਹੀ ਰਹੱਸਮਈ। ਅੱਖੀ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ। ਵੇਖੋ, ਅੱਖਾਂ ਤੋਂ ਬਿਨਾਂ ਵੇਖਣਾ, ਕੰਨਾਂ ਤੋਂ ਬਿਨਾਂ ਸੁਣਨਾ,
ਪੈਰਾਂ ਤੋਂ ਬਿਨਾਂ ਚੱਲਣਾ, ਹੱਥਾਂ ਤੋਂ ਬਿਨਾਂ ਕਰਨਾ। ਕੈਸੀ ਖੇਡ ਰਚਾਈ ਹੈ ਗੁਰੂ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ। ਅਗਲੀਆਂ ਪੰਕਤੀਆਂ ਵੇਖੋ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਇਹ ਹੈ ਗੁਰਮਤ ਦਾ ਜੀਵਤ ਮਰਨ ਦਾ ਸੰਕਲਪ। ਔਰ ਅਗਲੀ ਪੰਕਤੀ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ। ਇਹਦੇ ਚ ਜਿਹੜੇ ਅੰਡਰਲਾਈਨ ਕਰਾਂਗੇ ਉਹ ਹੋਏਗਾ ਹੁਕਮ ਪਛਾਣ ਕੇ। ਇਹ ਇੰਪੋਰਟੈਂਟ। ਮਹਾਰਾਜ ਦੇ ਭਾਣੇ ਵਿੱਚ ਚੱਲ ਕੇ, ਉਹਦੀ ਦਿੱਤੀ ਅਗਵਾਈ ਅਨੁਸਾਰ ਚੱਲ ਕੇ ਜਦੋਂ ਅਸੀਂ ਜੀਵਨ ਬਤੀਤ ਕਰਾਂਗੇ, ਉਹ ਜੀਵਨ ਜੀਵਤ ਮਰਨ ਵਾਲਾ ਹੋਏਗਾ। ਗੁਰੂ ਅਮਰਦਾਸ ਜੀ ਨੇ ਇਸ ਰਹੱਸ ਨੂੰ ਖੋਲ੍ਹਿਆ। ਜਿਵੇਂ ਆਪਾਂ ਪਿਛਲੇ ਲੈਕਚਰ 'ਚ ਗੱਲ ਕਰ ਰਹੇ ਸੀ, ਬਾਣੀ ਆਪਣੇ ਅਰਥ ਆਪ ਹੀ ਸਰਲ ਕਰਕੇ ਅੱਗੇ ਦੱਸ ਦਿੰਦੀ ਹੈ। ਗੁਰੂ ਅੰਗਦ ਦੇਵ ਜੀ ਨੇ ਬੁਝਾਰਤ ਪਾਈ, ਅੱਖੀ ਬਾਝੋਂ ਵੇਖਣਾ, ਬੁਝਾਰਤ ਪਾਤੀ, ਸਿੱਖਾਂ ਨੂੰ ਸਮਝ ਨਹੀਂ ਆਈ। ਗੁਰੂ ਅਮਰਦਾਸ ਜੀ ਨੇ ਸਮਝਾ ਦਿੱਤਾ। ਅਗਲੇ ਗੁਰੂ ਸਾਹਿਬ ਸਨ, ਤੀਜੇ ਗੁਰੂ, ਉਹਨਾਂ ਨੇ ਸਮਝਾਇਆ ਕਿ ਇਹ ਕੀ ਹੈ ਖੇਡ। ਉਹਨਾਂ ਨੇ ਕਿਹਾ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਕੰਨਾਂ ਦੀ ਗੱਲ ਕੀਤੀ, ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ। ਜੀਵ ਨੂੰ ਹੀ ਸੁਣਾਤਾ, ਸਮਝਾਤਾ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਨਾ ਜਾਏ ਪਿਆਸ ਹੋਰ ਤਾਂ ਕਿਸੇ, ਜਿਚਰ ਹਰ ਰਸ ਪੱਲੇ ਨਾ ਪਾਏ। ਸਮਝਾ ਦਿੱਤਾ, ਜਿਹੜੀ ਬੁਝਾਰਤ ਪਾਈ ਸੀ ਖੋਲਤੀ। ਗੁਰਮਤ ਦਾ ਜਿਹੜਾ ਜੀਵਤ ਮਰਨਾ ਹੈ, ਆਪਣਾ ਆਪ ਤਿਆਗਣਾ, ਹਉਮੈ ਦਾ ਮਾਰਗ ਛੱਡਣਾ, ਇਹ ਹੈ ਜੀਵਤ ਮਰਨਾ। ਵੇਖੋ, ਹਉਮੈ ਦੀਰਘ ਰੋਗ ਹੈ, ਇਹ ਕਿਹਾ ਗਿਆ। ਇਸ ਤੋਂ ਵੱਡਾ ਰੋਗ ਮਨੁੱਖ ਨੂੰ ਕੋਈ ਹੋਰ ਲੱਗ ਨਹੀਂ ਸਕਦਾ। ਆਪਾਂ ਕਿੰਨੀ ਛੋਟੀ ਛੋਟੀ ਹਉਮੈ ਦੇ ਵਿੱਚ ਫਸੇ ਹਾਂ, ਜੇ ਕਦੀ ਧਿਆਨ ਨਾਲ ਸੋਚੀਏ ਤਾਂ। ਐਕਸਪੈਰੀਮੈਂਟ ਦੇ ਤੌਰ ਤੇ ਜਾਂ ਉਦਾਹਰਨ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਕਿ ਇੱਕ ਬੰਦਾ, ਹੁਣ ਮੈਂ ਹੀ ਹਾਂ, ਚਲੋ ਕਿ ਮੈਂ ਇਸ ਤਰ੍ਹਾਂ ਦੀ ਪੱਗ ਬੰਨ੍ਹਦਾ, ਮੈਂ ਜੇ ਚਾਹਾਂ ਤੇ ਕੋਈ ਹੋਰ ਡਿਜ਼ਾਈਨ ਦੀ ਵੀ ਪੱਗ ਬੰਨ੍ਹ ਸਕਦਾ, ਪਰ ਭਲਾ ਮੈਂ ਕਿਉਂ ਨਹੀਂ ਬੰਨ੍ਹਦਾ? ਕਿਉਂ ਨਹੀਂ ਬੰਨ੍ਹਦਾ? ਸੋਚੋ। ਇਹ ਵੀ ਮੇਰੀ ਹਉਮੈ ਹੈ। ਮੈਂ ਕਹਿੰਦਾ ਮੇਰੀ ਪਛਾਣ ਬਣ ਗਈ ਆ। ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ, ਡਾਕਟਰ ਸਾਹਿਬ ਦਾੜੀ ਬੰਨਿਆ ਕਰੋ, ਤੁਸੀਂ ਯੂਨੀਵਰਸਿਟੀ 'ਚ ਪ੍ਰੋਫੈਸਰ ਹੋ। ਮੈਂ ਕਿਉਂ, ਕਿਤੇ ਲਿਖਿਆ ਕਿ ਜਿਹੜਾ ਪ੍ਰੋਫੈਸਰ ਹੈ ਉਹ ਦਾੜੀ ਖੋਲ ਕੇ ਨਹੀਂ ਯੂਨੀਵਰਸਿਟੀ 'ਚ ਜਾ ਸਕਦਾ? ਕਹਿੰਦੇ ਨਹੀਂ, ਫਿਰ ਵੀ ਨਾ ਤੇਰਾ ਬੰਦਾ ਪ੍ਰੋਫੈਸ਼ਨ ਵਾਈਜ਼ ਚੰਗਾ ਲੱਗਦਾ। ਹੁਣ ਮੇਰੀ ਇਹ ਵੀ ਹਉਮੈ ਹੈ ਕਿ ਮੈਂ ਦਾੜੀ ਨਹੀਂ ਬੰਨਣੀ। ਬੜੀਆਂ ਸੂਖਮ ਹਉਮੈ ਦੀਆਂ ਸਾਡੇ ਵਿੱਚ ਪ੍ਰਵਿਰਤੀਆਂ ਨੇ, ਕਦੀ ਧਿਆਨ ਨਾਲ ਸੋਚਣਾ। ਸਾਡਾ ਨਹਾਉਣ ਦਾ ਵੀ ਆਪਣਾ ਢੰਗ ਹੈ, ਉਹ ਬਦਲਣਾ ਨਹੀਂ ਚਾਹੁੰਦੇ। ਖਾਣ ਦਾ ਵੀ ਆਪਣਾ ਢੰਗ ਹੈ, ਅਸੀਂ ਉਹਨੂੰ ਛੱਡਣਾ ਨਹੀਂ ਚਾਹੁੰਦੇ। ਨਿੱਕੀਆਂ ਨਿੱਕੀਆਂ ਜਿੱਦਾਂ ਤੁਸੀਂ ਖਿਆਲ ਕਰੋ ਤੁਹਾਡੇ ਜੀਵਨ ਵਿੱਚ ਕਿੰਨੀਆਂ ਨੇ। ਆਪ ਤਿਆਗ ਹੋਈਏ ਸਭ ਰਹਿਣਾ, ਆਪਣੇ ਆਪ ਨੂੰ ਤਿਆਗ ਕੇ, ਆਪਣੀ ਹਉਮੈ ਨੂੰ ਤਿਆਗ ਕੇ ਸਾਰਿਆਂ ਦੀ ਖਿਦਮਤ ਵਿੱਚ ਆ ਜਾਈਏ, ਸੇਵਾ ਵਿੱਚ ਆ ਜਾਈਏ। ਤੇ ਗੁਰੂ ਸਾਹਿਬ ਕਹਿੰਦੇ ਨੇ, ਜੀਵਤਿਆਂ ਇਉਂ ਮਰੀਏ। ਆਪਣਾ ਆਪ ਤਿਆਗਣਾ ਬਹੁਤ ਔਖਾ, ਆਪਣੀ ਹਉਮੈ ਨੂੰ ਤਿਆਗਣਾ ਬਹੁਤ ਔਖਾ। ਕਿਉਂਕਿ ਜੇ ਹਉਮੈ ਹੀ ਨਾ ਰਹੀ ਤੇ ਮੈਂ ਕਿਵੇਂ ਰਵਾਂਗਾ? ਇਹੀ ਤੇ ਮੇਰੀ ਪਛਾਣ ਹੈ, ਮੇਰੀ ਹਉਮੈ ਤਾਂ ਮੇਰੀ ਪਛਾਣ ਹੈ। ਹਉਮੈ ਕਰਕੇ ਤਾਂ ਮੇਰੀ ਹੋਂਦ ਹੈ, ਤੇ ਜੇ ਹੋਂਦ ਹੀ ਖਤਮ ਹੋ ਗਈ ਤੇ ਗੁਰੂ ਸਾਹਿਬ ਉਹਨੂੰ ਚੱਕਣਾ ਚੂਰ ਕਰਨਾ ਚਾਹੁੰਦੇ ਆ, ਮੇਰੀ ਹਉਮੈ ਨੂੰ। ਉਹ ਦੱਸਦੇ ਨੇ,
आप त्याग होइए सब रहना, जीव ਤਿਆਂ ਇਉਂ ਮਰੀਏ। ਫਿਰ ਵਿਕਾਰ ਜਿਹੜੇ ਨੇ, ਵਿਕਾਰਾਂ ਦਾ ਤਿਆਗ ਜਿਉਂਦੇ ਜੀ ਕਰਨਾ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੇ ਮੰਨਣ ਲਈ ਤਿਆਰ ਹੀ ਨਹੀਂ ਕੋਈ ਬੰਦਾ ਕਿ ਮੇਰੇ 'ਚ ਵਿਕਾਰ ਹੈ, ਮੇਰੇ 'ਚ ਕੋਈ ਕਮੀ ਹੈ। ਦੋ ਬੰਦੇ ਜਦੋਂ ਲੜ ਪੈਂਦੇ ਆ, ਉਹ ਕਹਿੰਦਾ ਮੈਂ ਠੀਕ ਸੀ, ਉਹ ਕਹਿੰਦਾ ਮੈਂ ਠੀਕ ਸੀ, ਕੋਈ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ ਮੇਰੀ ਗਲਤੀ ਹੈ। ਘਰਾਂ ਦੇ ਵਿੱਚ ਸਾਰੇ ਝਗੜੇ ਇੱਥੋਂ ਹੀ ਨੇ, ਆਪਣੀ ਗਲਤੀ ਕੋਈ ਮੰਨਣ ਲਈ ਤਿਆਰ ਨਹੀਂ। ਤੋ ਆਪਣੇ ਜਿਹੜੇ ਕਮੀਆਂ ਪੇਸ਼ੀਆਂ ਨੇ, 5 ਵਿਕਾਰ, ਇਸ ਤੋਂ ਇਲਾਵਾ ਨਿੰਦਾ, ਚੁਗਲੀ, ਠੱਗੀ, ਯਾਰੀ, ਇਹ ਸਾਰੀਆਂ ਚੀਜ਼ਾਂ ਜਿੰਨੇ ਵੀ ਸਾਡੇ ਔਗਣ, ਇਹਨਾਂ ਨੂੰ ਜਿਉਂਦੇ ਜੀ ਤਿਆਗਣਾ। ਮੈਂ ਕਈ ਵਾਰੀ ਇਹ ਕਿਹਾ ਕਰਦਾ ਕਿ ਸਿੱਖ ਧਰਮ ਨੌਜਵਾਨਾਂ ਦਾ ਧਰਮ ਹੈ। ਸਿੱਖ ਧਰਮ ਕਿਹਦਾ ਧਰਮ ਹੈ? ਨੌਜਵਾਨਾਂ ਦਾ। ਕਿਹੜੇ ਨੌਜਵਾਨ ਕੌਣ ਹੁੰਦਾ? ਗੁਰੂ ਸਾਹਿਬ ਨੇ ਇਹ ਵੀ ਡਿਫਾਈਨ ਕਰਤਾ, ਗੁਰਮੁਖ ਬੁੱਢੇ ਕਦੇ ਨਾ ਹੀ। ਜਿਹੜਾ ਗੁਰੂ ਦੇ ਨਾਲ ਜੁੜਿਆ ਨਾ, ਉਹ ਕਦੀ ਬੁੱਢਾ ਨਹੀਂਗਾ, ਉਹ ਨੌਜਵਾਨ ਆ। ਤੇ ਸਿੱਖ ਹਮੇਸ਼ਾ ਜਵਾਨ ਹੈ, ਕਿਉਂਕਿ ਉਹਦੇ ਵਿੱਚ ਹਮੇਸ਼ਾ ਇੱਕ ਹਿੰਮਤ ਹੈ। ਕਿਹੜੀ ਹਿੰਮਤ ਹੈ? ਲੜਨ ਦੀ, ਬਰਛੇ ਚਲਾਉਣ ਦੀ ਨਹੀਂ, ਆਪਣੇ ਵਿਕਾਰਾਂ ਨੂੰ ਸੋਧਣ ਦੀ, ਆਪਣੇ ਅੰਦਰ ਸੰਘਰਸ਼ ਕਰਨ ਦੀ ਉਹਦੇ 'ਚ ਹਿੰਮਤ ਹੈ, ਆਪਣੀਆਂ ਬੁਰਾਈਆਂ ਨਾਲ ਲੜਨ ਦੀ ਉਹਦੇ ਵਿੱਚ ਹਿੰਮਤ ਹੈ। ਤਿਆਗ ਮਨ ਝੂਠ ਅਭਿਮਾਨ, ਜੀਵਤ ਮਰੇ ਦਰਗਹਿ ਪ੍ਰਵਾਨ। ਆਪਣੇ ਆਪ ਨੂੰ ਬਦਲਣਾ, ਇਹ ਹਿੰਮਤ ਨਾਲ ਹੀ ਬਦਲਿਆ ਜਾ ਸਕਦਾ। ਨਹੀਂ ਤਾਂ 80 ਸਾਲ ਦੀ ਉਮਰ ਹੋ ਗਈ, ਬਾਬਾ ਜੀ ਗੁਰਦੁਆਰੇ ਵੀ ਰੋਜ਼ ਜਾਂਦੇ ਨੇ, ਪਾਠ ਵੀ ਰੋਜ਼ ਕਰਦੇ ਨੇ, ਪਰੰਤੂ ਸੁਭਾਅ 'ਚੋਂ ਗੁੱਸਾ ਨਹੀਂ ਗਿਆ। ਜਦੋਂ ਘਰ ਵਾਲੀ ਨਾਲ ਲੜਦੇ ਨੇ, ਬੇਬੇ ਨਾਲ, ਤੇ ਪੂਰੇ ਜੋਸ਼ ਨਾਲ ਲੜਦੇ ਨੇ। ਕਈ ਵਾਰੀ ਗੁਟਕਾ ਸੁਖਮਣੀ ਸਾਹਿਬ ਦਾ ਹੱਥ 'ਚ ਹੁੰਦਾ, ਲੜਾਈ ਪਤੀ ਪਤਨੀ ਦੀ ਸ਼ੁਰੂ। ਰੋਜ਼ ਇਹੋ ਜਿਹੇ ਤਮਾਸ਼ੇ ਅਸੀਂ ਦੇਖਦੇ ਹਾਂ। ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੇ ਦਰਗਹਿ ਪ੍ਰਵਾਨ। ਹਰ ਬੰਦਾ ਜਿਹੜਾ ਆਪਣੇ ਸਿਰ ਦੇ ਉੱਤੇ ਔਗਣਾਂ ਦੀ ਪੰਡ ਚੁੱਕੀ ਫਿਰਦਾ, ਔਰ ਇਹੀ ਅਸਲ ਵਿੱਚ ਮੌਤ ਹੈ। ਗੁਰੂ ਸਾਹਿਬ ਝੂਠੀ ਮੌਤ ਤੇ ਸੱਚੀ ਮੌਤ, ਸੱਚਾ ਜੀਵਨ ਤੇ ਝੂਠਾ ਜੀਵਨ, ਇਹਦੀ ਸੋਝੀ ਸਾਨੂੰ ਕਰਾਉਂਦੇ। ਥੋੜਾ ਜਿਹਾ ਪਾਣੀ। ਗੁਰੂ ਸਾਹਿਬ ਦੱਸਦੇ ਨੇ ਕਿ ਅਸਲ ਵਿੱਚ ਔਗਣਾਂ ਨੂੰ, ਵਾਈਸਿਸ ਨੂੰ ਖਤਮ ਕਰਨਾ ਜ਼ਿੰਦਗੀ ਹੈ। ਤਾਂ ਹੀ ਜੀਵਨ ਪ੍ਰਾਪਤ ਹੋ ਸਕਦਾ ਹੈ ਜੇ ਅਸੀਂ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਸਟੈਪ ਵਾਈਜ਼ ਦੂਰ ਕਰਦੇ ਚੱਲੀਏ। ਔਰ ਸੰਕੀਰਨ ਦ੍ਰਿਸ਼ਟੀ ਤੋਂ ਵਿਸ਼ਵ ਦ੍ਰਿਸ਼ਟੀ ਬਣਾਉਣੀ, ਸੰਕੀਰਨ ਦ੍ਰਿਸ਼ਟੀ ਤੋਂ ਵਿਸ਼ਵ ਦ੍ਰਿਸ਼ਟੀ ਬਣਾਉਣੀ ਜੀਵਤ ਮਰਨ ਦੇ ਵਿੱਚ ਆਉਂਦੀ ਹੈ। ਕਬੀਰ ਸਾਹਿਬ ਨੇ ਬੜਾ ਸੋਹਣਾ ਕਿਹਾ, ਕਿਉਂਕਿ ਜਿਹੜੀ ਸ਼ੁਰੂਆਤੀ ਪੰਕਤੀ ਸੀ ਉਹ ਵੀ ਕਬੀਰ ਸਾਹਿਬ ਦੀ ਸੀ। ਔਰ ਕਬੀਰ ਸਾਹਿਬ ਨੇ ਸਾਨੂੰ ਦੱਸਿਆ ਕਿ ਜਿਉਣਾ ਤਾਂ ਆਵੇਗਾ ਤੁਹਾਨੂੰ ਜੇ ਤੁਹਾਨੂੰ ਪਹਿਲਾਂ ਮਰਨਾ ਆਵੇ। ਪਹਿਲਾਂ ਮਰਨਾ ਸਿੱਖੋ, ਤਾਂ ਤੁਹਾਨੂੰ ਜਿਉਣਾ ਆਏਗਾ। ਗੁਰੂ ਸਭ ਤੋਂ ਪਹਿਲਾਂ ਜਿਹੜਾ ਸਬਕ ਦਿੰਦਾ ਉਹ ਮਰਨ ਦਾ ਸਬਕ ਦਿੰਦਾ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਭ ਤੋਂ ਪਹਿਲਾਂ ਆਪਣਾ ਸੀਸ ਤਲੀ ਤੇ ਰੱਖ ਕੇ ਮੇਰੇ ਕੋਲ ਆ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਸਾਜਨ ਦੇ ਮੌਕੇ ਕੌਤਕ ਕੀਤਾ, ਪਹਿਲਾਂ ਸਿੱਖਾਂ ਕੋਲੋਂ ਸੀਸ ਮੰਗੇ। ਦੇਖੋ ਕਬੀਰ ਸਾਹਿਬ ਨੇ ਬੜਾ ਖੂਬਸੂਰਤ ਇੱਕ ਸ਼ਲੋਕ ਲਿਖਿਆ। ਕਬੀਰ ਸਤਿਗੁਰ ਸੂਰਮੇ ਬਾਹਿਆ
ਬਾਣ ਜੋ ਏਕ, ਉਹਨੇ ਆਪਣੇ ਕਮਾਨ ਚੋਂ ਇੱਕ ਤੀਰ ਛੱਡਿਆ ਸਤਿਗੁਰੂ ਨੇ, ਇੰਨਾ ਜ਼ਬਰਦਸਤ ਉਹ ਤੀਰ ਛੱਡਿਆ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਖ। ਉਹ ਜਿਹੜਾ ਬਾਣ ਛੱਡਿਆ ਨਾ, ਸ਼ਬਦ ਰੂਪੀ ਬਾਣ, ਉਹਨੇ ਸਿੱਖ ਨੂੰ ਇੱਕ ਵਾਰੀ ਖਤਮ ਕਰਕੇ ਰੱਖਤਾ, ਚਕਨਾ ਚੂਰ ਕਰਕੇ ਰੱਖਤਾ। ਦੇਖੋ, ਸ਼ਬਦ ਇੱਕ ਅਜਿਹੀ ਅਗਨੀ ਹੈ ਜਿਹੜੀ ਪ੍ਰਕਾਸ਼ਿਤ ਵੀ ਕਰਦੀ ਹੈ ਔਰ ਅਗਿਆਨਤਾ ਨੂੰ ਸਾੜ ਕੇ ਸੁਆਹ ਵੀ ਕਰ ਦਿੰਦੀ ਹੈ। ਸ਼ਬਦ ਤੋਂ ਜਿਹੜਾ ਸਤਿਗੁਰੂ ਹੈ, ਉਹ ਸ਼ਬਦ ਦੇ ਤੀਰ ਨਾਲ ਸਿੱਖ ਨੂੰ ਮਾਰਦਾ ਪਹਿਲਾਂ। ਬਿਲਕੁਲ ਉਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਮਲਕ ਭਾਗੋ ਕੋਲ ਗਏ, ਸੱਜਣ ਠੱਗ ਕੋਲ ਗਏ, ਕੌਡੇ ਰਾਖਸ਼ ਕੋਲ ਗਏ, ਜਿਹੜਾ ਤੀਰ ਫਿਰ ਗੁਰੂ ਨਾਨਕ ਸਾਹਿਬ ਨੇ ਛੱਡਿਆ, ਇੱਕ ਵਾਰੀ ਉਹ ਮਾਰੇ ਗਏ, ਫਿਰ ਉਹ ਉੱਠ ਨਹੀਂ ਸਕੇ। ਸਡਨ ਟਰਾਂਸਫਰਮੇਸ਼ਨ ਹੋ ਗਈ, ਕਹਿੰਦੇ ਸਡਨ ਟਰਾਂਸਫਰਮੇਸ਼ਨ, ਜਿਵੇਂ ਚਮਤਕਾਰ ਹੋ ਗਿਆ, ਜਿਵੇਂ ਅਸਮਾਨ ਦੇ ਵਿੱਚੋਂ ਅਚਾਨਕ ਬਿਜਲੀ ਜਿਹੜੀ ਹੈ ਉਹ ਚਮਕਦੀ ਹੈ। ਗੁਰੂ ਦੀ ਜਦੋਂ ਬਖਸ਼ਿਸ਼ ਹੁੰਦੀ ਹੈ ਤਾਂ ਅੱਖ ਫਰਕਣ ਤੋਂ ਵੀ ਪਹਿਲਾਂ ਉਹ ਮਨੁੱਖ ਨੂੰ ਦੇਵਤਾ ਬਣਾ ਦਿੰਦਾ। ਅਜਾਮਲ ਪਾਪੀ ਗਣਕਾ ਵੇਸ਼ਵਾ ਕਿਵੇਂ ਅਰਸ਼ ਤੋਂ ਫਰਸ਼ ਤੇ ਪਹੁੰਚੇ, ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਉਹਨੂੰ ਕੋਈ ਟਾਈਮ ਨਹੀਂ ਲੱਗਦਾ ਜਦੋਂ ਉਹ ਡਿਸਾਈਡ ਕਰ ਦਿੰਦਾ ਕਿ ਇਹ ਬੰਦੇ ਨੂੰ ਹੁਣ ਅਰਸ਼ ਤੋਂ ਫਰਸ਼ ਤੇ ਚੜਾਉਣਾ। ਸਾਈਂ ਬੁੱਲੇ ਸ਼ਾਹ ਦੀਆਂ ਦੋ ਲਾਈਨਾਂ ਨੇ ਜਿਹੜੀਆਂ ਬਹੁਤ ਪ੍ਰਚਲਿਤ ਨੇ। ਉਹਨੂੰ ਪੁੱਛਿਆ ਰੱਬ ਕੀ ਹੈ, ਰੱਬ ਕਿਵੇਂ ਪਾਈਦਾ? ਉਹਨੇ ਕਿਹਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ, ਬਸ ਇੰਨਾ ਕੀ ਹੈ ਕੰਮ। ਕਬੀਰ ਸਾਹਿਬ, ਜਿਵੇਂ ਅਸੀਂ ਰੋਜ਼ ਆਪਣੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਮਰਦਿਆਂ ਵੇਖਦੇ ਹਾਂ, ਉਹ ਵੀ ਵੇਖਦੇ ਸਨ। ਇਹਨਾਂ ਮੋਢਿਆਂ ਨੇ ਪਤਾ ਨਹੀਂ ਕਿੰਨੀਆਂ ਕੁ ਅਰਥੀਆਂ ਆਪਣੇ ਉੱਪਰ ਢੋਈਆਂ ਨੇ। ਅਨੇਕਾਂ ਵੇਰ ਆਪਣੇ ਸੰਬੰਧੀਆਂ ਨੂੰ ਸ਼ਮਸ਼ਾਨ ਘਾਟ ਵਿੱਚ ਲਾਂਬੂ ਲਾਉਂਦੇ ਤੇ ਖੁਦ ਵੀ ਲਾਂਬੂ ਲਾਏ ਨੇ। ਸੈਂਕੜੇ ਭੋਗਾਂ ਦੇ ਉੱਤੇ ਅਸੀਂ ਸਾਰੇ ਗਏ ਹਾਂ, ਪਰ ਮਰਨ ਦੀ ਜਾਚ ਸਿੱਖਣ ਲਈ ਅਸੀਂ ਅਜੇ ਵੀ ਤਿਆਰ ਨਹੀਂ। ਸਾਨੂੰ ਪਤਾ ਸਾਰਿਆਂ ਨੂੰ ਕਿ ਸਾਡਾ ਵੀ ਹਸ਼ਰ ਅੰਤ ਨੂੰ ਉਹੀ ਹੀ ਹੋਣਾ ਹੈ, ਪਰੰਤੂ ਅਸੀਂ ਅਜੇ ਵੀ ਕਿਤੇ ਨਾ ਕਿਤੇ ਐਕਸਕਿਊਜ਼ ਲੈ ਕੇ ਉਸ ਸੱਚਾਈ ਤੋਂ ਭੱਜ ਰਹੇ ਹਾਂ। ਔਰ ਕਬੀਰ ਸਾਹਿਬ ਕਹਿੰਦੇ ਆ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ। ਸਾਰਾ ਜਗਤ ਮਰਦਾ ਮੈਂ ਵੇਖ ਲਿਆ। ਇਹ ਸਾਡੀ ਅਵਸਥਾ ਬਿਆਨ ਹੋ ਰਹੀ ਹੈ, ਕਬੀਰ ਸਾਹਿਬ ਦੀ ਨਹੀਂ ਹੈ। ਪਰੰਤੂ ਅਸੀਂ ਆਪਣੇ ਆਪ ਨੂੰ ਇਸ ਲਈ ਤਿਆਰ ਵੀ ਨਹੀਂ ਕਰ ਰਹੇ। ਵੇਖੋ, ਮਜ਼ੇਦਾਰ ਗੱਲ ਇਹ ਹੈ ਕਿ ਅਸੀਂ ਕਿਤੇ ਜਾਣਾ ਹੋਵੇ ਨਾ, ਮੰਨ ਲਓ ਹਫ਼ਤੇ ਨੂੰ ਅਸੀਂ ਕਿਤੇ ਸੈਰ ਕਰਨ ਵਾਸਤੇ ਗੋਆ ਜਾਣਾ ਹੋਵੇ, ਤੇ ਪਹਿਲਾਂ ਟਿਕਟਾਂ ਬੁੱਕ ਕਰਾਓ, ਫਿਰ ਅਟੈਚੀ ਲਿਆਓ ਬਾਜ਼ਾਰ ਚੋਂ, ਫਿਰ ਕੱਪੜੇ ਲੀੜੇ ਲੱਤੇ ਸਾਂਭੋ, ਕਿਹੜੇ ਕਿਹੜੇ ਸਮਾਨ ਦੀ ਰਸਤੇ ਵਿੱਚ ਲੋੜ ਪੈਣੀ ਹੈ। ਬੜੀ ਤਿਆਰੀ ਹੁੰਦੀ ਹੈ। 100 ਰਿਸ਼ਤੇਦਾਰਾਂ ਕੋਲੋਂ ਪੁੱਛੀਦਾ ਜਿਹੜੇ ਪਹਿਲਾਂ ਗਏ ਹੁੰਦੇ ਆ, ਕਿਹੜੇ ਹੋਟਲ 'ਚ ਠਹਿਰਾਂਗੇ, ਕੀ ਕੀ ਦਿੱਕਤਾਂ ਆਉਣਗੀਆਂ, ਸਾਰੇ ਪ੍ਰਬੰਧ ਕਰਦੇ। ਪਰ ਸਾਨੂੰ ਸਭ ਨੂੰ ਪਤਾ ਹੈ ਕਿ ਇੱਕ ਦਿਨ ਅਸੀਂ ਸਾਰਿਆਂ ਨੇ ਇੱਥੋਂ ਜਾਣਾ। ਅਸੀਂ ਉਹਦੇ ਲਈ ਅਜੇ ਤੱਕ ਕੋਈ ਤਿਆਰੀ ਸ਼ੁਰੂ ਹੀ ਨਹੀਂ ਕੀਤੀ।
ਡੇਟ ਫਿਕਸ ਹੈ, ਸਾਨੂੰ ਨਹੀਂ ਪਤਾ, ਡੇਟ ਫਿਕਸ ਹੈ। ਮਰਨ ਲਿਖਾਏ ਮੰਡਲ ਮੇ ਆਏ, ਉੱਥੇ ਫਿਕਸ ਕੀਤੀ ਹੋਈ ਆ, ਸਾਨੂੰ ਨਹੀਂ ਪਤਾ ਕਦੋਂ ਅਗਲੇ ਨੇ ਚੁੱਕ ਲੈਣਾ। ਅਸੀਂ ਫਿਰ ਵਹਿੰਦੇ ਰਹਿਣਾ ਜੀ, ਸਾਡੀ ਤਾਂ ਅਜੇ ਤਿਆਰੀ ਨਹੀਂ।